ਸੰਗਰੂਰ ਲਾਈਵ ਦੇ ਫੇਸਬੁੱਕ ਪੇਜ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡੀ ਸਿਹਤ ਦੀ ਇੱਕ ਹੋਰ ਲੜੀ ਦੇ ਵਿੱਚ ਤੁਹਾਡੇ ਨਾਲ ਮੌਜੂਦ ਹੋਵਾਂਗੇ ਤੇ ਜਿਹੜੀ ਵੀ ਅਸੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਹਾਂ, ਸਾਡਾ ਮੁੱਖ ਮਕਸਦ ਇਹੀ ਹੁੰਦਾ ਕਿ ਸਿਹਤ ਸੰਬੰਧਿਤ ਜ਼ਿਲ੍ਹਾ ਸੰਗਰੂਰ ਦਾ ਹਰ ਇੱਕ ਵਿਅਕਤੀ ਦੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਉਹ ਕਿਤੇ ਗਲਤ ਤਾਂ ਨਹੀਂ ਫਸਿਆ ਹੋਇਆ। ਸਿਹਤ ਦੇ ਪੱਖੋਂ ਕਿਸ ਤਰੀਕੇ ਦੀ ਪਰੇਸ਼ਾਨੀ ਅੱਜ ਦੇ ਸਮੇਂ ਦੇ ਵਿੱਚ ਆ ਰਹੀਆਂ ਨੇ, ਉਸ ਦੇ ਚੱਲਦੇ ਸਾਡਾ ਇੱਕ ਸਮਾਜਿਕ ਤੌਰ ਤੇ ਮਕਸਦ ਹੈ ਕਿ ਤੁਹਾਨੂੰ ਹਰ ਇੱਕ ਜਾਣਕਾਰੀ ਸਿਹਤ ਦੀ ਪਹੁੰਚਾਈ ਜਾਵੇ। ਸੋ ਇਸ ਲੜੀ ਦੇ ਵਿੱਚ ਅੱਜ ਅਸੀਂ ਮੌਜੂਦ ਆਂਗੇ ਜ਼ਿਲ੍ਹਾ ਸੰਗਰੂਰ ਤੇ ਡਾਕਟਰ ਪ੍ਰੀਤੀ ਜਿੰਦਲ ਨਾਲ, ਜੋ ਕਿ ਅਮਰ ਹਸਪੀਟਲ ਦੇ ਵਿੱਚ ਨੇ ਅਤੇ ਗਾਇਨੋਕੋਲੋਜਿਸਟ ਨੇ ਤੇ IVF ਸਪੈਸ਼ਲਿਸਟ ਨੇਗੇ, ਅਤੇ ਇਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਕਿ ਆਖਿਰ IVF ਹੁੰਦਾ ਕੀ ਹੈ, ਇਹਦਾ ਪ੍ਰੋਸੈਸ ਕੀ ਹੈ, ਸਕਸੈਸ ਪੁਆਇੰਟ ਕੀ ਹੈਗਾ। ਲੋਕ ਨੇ ਜਿਹੜੇ ਅੱਜ ਕੱਲ੍ਹ IVF ਨੂੰ ਸਮਝਦੇ ਕੀ ਨੇ ਕਿ ਬੱਚਾ ਹੈਗਾ ਜਿਹੜਾ ਕਿ ਇਹ ਨੈਚੁਰਲੀ ਤੌਰ ਤੇ ਹੁੰਦਾ ਹੈ, ਜਾਂ ਫਿਰ ਕਈਆਂ ਦੇ ਮਨ ਦੇ ਵਿੱਚ ਬੜੇ ਸਵਾਲ ਹੁੰਦੇ ਨੇ। ਉਹ ਸਵਾਲ ਅਸੀਂ ਅੱਜ ਮੈਮ ਕੋਲ ਲੈ ਕੇ ਆਵਾਂਗੇ ਤੇ ਇਹਨਾਂ ਨਾਲ ਉਹ ਸਾਰੇ ਸਵਾਲਾਂ ਦੇ ਜਵਾਬ ਲਵਾਂਗੇ। ਸੋ ਡਾਕਟਰ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਤੇ ਸੰਗਰੂਰ ਲਾਈਵ ਤੇ ਸਵਾਗਤ ਹੈ। ਸਭ ਤੋਂ ਪਹਿਲੀ ਗੱਲ ਤਾਂ IVF ਹੁੰਦਾ ਕੀ ਹੈ? ਸਭ ਨੂੰ ਮੇਰਾ ਸਤਿ ਸ਼੍ਰੀ ਅਕਾਲ। ਮੇਰਾ ਨਾਮ ਡਾਕਟਰ ਪ੍ਰੀਤੀ ਜਿੰਦਲ ਹੈ। IVF ਦਾ ਮਤਲਬ ਹੈਗਾ ਇਨ ਵਿਟਰੋ ਫਰਟੀਲਾਈਜੇਸ਼ਨ, ਮਤਲਬ ਕਿ ਟੈਸਟ ਟਿਊਬ ਬੇਬੀ। ਜੇ ਆਮ ਭਾਸ਼ਾ ਵਿੱਚ ਗੱਲ ਕਰੀਏ, ਆਮ ਤੌਰ ਤੇ ਜੇ ਆਪਾਂ ਦੇਖੀਏ ਪ੍ਰੈਗਨੈਂਸੀ ਹੁੰਦੀ ਕਿੱਦਾਂ ਹੈਗੀ ਹੈ, ਥੋੜਾ ਜਿਹਾ ਆਪਾਂ ਦੱਸਣਾ ਪਊਗਾ ਵੀ ਪ੍ਰੈਗਨੈਂਸੀ ਹੁੰਦੀ ਕਿੱਦਾਂ। ਨੈਚੁਰਲ ਪ੍ਰੈਗਨੈਂਸੀ ਜੇ ਆਪਾਂ ਗੱਲ ਕਰੀਏ, ਜਦੋਂ ਇੱਕ ਕਪਲ ਦੀ ਮੈਰਿਜ ਹੁੰਦੀ ਹੈਗੀ ਹੈ ਤਾਂ ਲੇਡੀਜ਼ ਦੇ ਵਿੱਚ ਹਰ ਮਹੀਨੇ ਇੱਕ ਅੰਡਾ ਬਣਦਾ ਹੈ ਉਹਦੀ ਓਵਰੀਜ਼ ਦੇ ਵਿੱਚ। ਜਦੋਂ ਇਹ ਅੰਡਾ ਮੈਚਿਓਰ ਹੁੰਦਾ, ਇਹ ਆਪਣੇ ਆਪ ਓਵੂਲੇਟ ਹੁੰਦਾ, ਮਤਲਬ ਫੁੱਟ ਜਾਂਦਾ ਹੈਗਾ। ਫੁੱਟਣ ਤੋਂ ਬਾਅਦ ਉਹਦੀ ਜੇ ਟਿਊਬਾਂ, ਨਲਾਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ, ਨਲਾਂ ਦੇ ਵਿੱਚ ਅੰਡਾ ਆਪਣੇ ਆਪ ਆਉਂਦਾ, ਨੈਚੁਰਲੀ ਆਉਂਦਾ। ਉਸ ਤੋਂ ਬਾਅਦ ਜਦੋਂ ਆਪਸ ਵਿੱਚ ਮਿਲਦੇ ਨੇ ਤੇ ਹਸਬੈਂਡ ਦੇ ਪਾਣੀ ਦੇ ਵਿੱਚ ਸ਼ੁਕਰਾਣੂ ਜਿਹੜੇ ਹੁੰਦੇ ਨੇ ਆਪਣੇ ਆਪ ਟਿਊਬਾਂ ਦੇ ਵਿੱਚ ਜਾ ਕੇ ਅੰਡੇ ਨਾਲ ਮਿਲ ਕੇ ਬੀਜ ਬਣਾਉਂਦੇ ਨੇ, ਤੇ ਇਹ ਜਿਹੜਾ ਬੀਜ ਹੁੰਦਾ ਹੈਗਾ ਫਿਰ ਬੱਚੇਦਾਨੀ ਦੇ ਦੀਵਾਰ ਤੇ ਆ ਕੇ ਚਿਪਕ ਜਾਂਦਾ ਤੇ ਪ੍ਰੈਗਨੈਂਸੀ ਹੁੰਦੀ ਹੈਗੀ ਹੈ। ਇਹ ਸਭ ਕੁਝ ਇੱਕ ਤਾਂ ਨਾਰਮਲ ਤਰੀਕੇ ਨਾਲ ਨੈਚੁਰਲੀ ਪ੍ਰੋਸੈਸ ਕਪਲ ਦੇ ਵਿੱਚ ਹੁੰਦੀ ਹੈਗੀ ਹੈ। ਜਿਹੜੇ ਕਪਲ ਦੇ ਵਿੱਚ ਇਹ ਪ੍ਰੋਸੈਸ ਨਹੀਂ ਹੋ ਪਾ ਰਹੀ, ਇਨਕੰਪਲੀਟ ਹੈਗੀ ਹੈ, ਕਿਸੇ ਨਾ ਕਿਸੇ ਤਰੀਕੇ ਤੇ ਲਗਾ ਲਓ ਅੰਡੇਦਾਨੀ 'ਚ ਅੰਡਾ ਨਹੀਂ ਬਣ ਰਿਹਾ, ਟਿਊਬਾਂ ਵਿੱਚ ਬਲੌਕ ਹੈ, ਟਿਊਬਾਂ ਖਰਾਬ ਨੇ, ਕੰਮ ਨਹੀਂ ਕਰ ਰਹੀਆਂ ਹੈਗੀਆਂ, ਜਾਂ ਉਹਦੀ ਅੰਡੇਦਾਨੀ ਜਿਹੜੀ ਬੱਚੇਦਾਨੀ ਹੈਗੀ ਉਹਦੀ ਪਰਤ ਨਹੀਂ ਬਣਦੀ, ਦੀਵਾਰ ਚੰਗੀ ਨਹੀਂ ਬਣਦੀ, ਜਾਂ ਫਿਰ ਉਸਦੇ ਹਸਬੈਂਡ ਦੇ ਪਾਣੀ ਦੇ ਵਿੱਚ ਸ਼ੁਕਰਾਣੂ ਦੀ ਕਮੀ ਹੈਗੀ ਹੈ। ਇਹਨਾਂ ਵਿੱਚ ਕੋਈ ਵੀ ਕਾਰਨ ਜੇ ਹੁੰਦਾ ਹੈਗਾ ਤਾਂ ਪ੍ਰੈਗਨੈਂਸੀ ਆਮ ਤੌਰ ਤੇ ਨਹੀਂ ਹੋ ਪਾਉਂਦੀ ਤੇ ਉਸਨੂੰ ਫਿਰ ਇਲਾਜ ਕਰਾਉਣ ਡਾਕਟਰ ਕੋਲ ਆਉਣਾ ਪੈਂਦਾ ਹੈ। ਸਿੰਪਲ ਇਲਾਜ ਤੋਂ ਲੈ ਕੇ, ਦਵਾਈਆਂ ਤੋਂ ਲੈ ਕੇ, IUI ਤੋਂ ਲੈ ਕੇ, ਜੇ ਉਸਦਾ ਰਿਜ਼ਲਟ ਉਹਨੂੰ ਨਹੀਂ ਮਿਲ ਰਿਹਾ, ਇਸ ਤੋਂ ਬਾਅਦ ਫਿਰ ਸਟੈਪ ਆਉਂਦਾ ਹੈਗਾ IVF, ਮਤਲਬ ਟੈਸਟ ਟਿਊਬ ਬੇਬੀ। ਬੇਸਿਕਲੀ ਇਹਦੇ ਵਿੱਚ ਅਸੀਂ ਕੀ ਕਰਦੇ ਹੈਗੇ ਆ, ਪੇਸ਼ੈਂਟ ਜਦੋਂ ਵੀ ਆਪਾਂ ਸਿਲੈਕਟ ਕਰਨਾ ਕਿ ਇਹਦਾ ਹੁਣ IVF ਹੋਣਾ ਬਿਕੋਜ਼ ਉਹਨੂੰ ਬੱਚਾ ਨੈਚੁਰਲੀ ਨਹੀਂ ਹੋ ਰਿਹਾ, IUI ਦੇ ਨਾਲ ਵੀ ਨਹੀਂ ਹੋ ਰਿਹਾ, ਜਾਂ ਇਸਦਾ ਅੰਡੇਦਾਨੀ ਅੰਡਾ ਨਹੀਂ ਬਣਾ ਪਾ ਰਹੀ ਹੈਗੀ, ਜਾਂ ਟਿਊਬਾਂ ਬੰਦ ਨੇ, ਜਾਂ ਸ਼ੁਕਰਾਣੂ ਦੀ ਬਹੁਤ ਜ਼ਿਆਦਾ ਕਮੀ ਹੈ, ਤਾਂ ਐਸੇ ਪੇਸ਼ੈਂਟ ਦੀ ਪ੍ਰੋਪਰ ਸਿਲੈਕਸ਼ਨ ਕਰਕੇ ਉਹਨੂੰ ਪ੍ਰੋਪਰ ਇਨਵੈਸਟੀਗੇਟ ਕਰਕੇ ਉਹਦੇ ਟੈਸਟ ਸਾਰੇ ਕਰਾ ਕੇ ਜੇ ਉਹ ਸਾਰਾ ਕੁਝ ਉਹਦੇ ਅੰਡੇ ਠੀਕ ਨੇ ਤਾਂ ਅਸੀਂ ਉਹਨੂੰ IVF ਲਈ ਚੂਜ਼ ਕਰ ਲੈਂਦੇ ਹੈਗੇ ਆ। ਇਹਦੇ ਵਿੱਚ ਐਕਚੁਅਲੀ ਹੁੰਦਾ ਕੀ ਹੈਗਾ, ਜਦੋਂ ਇੱਕ ਮਰੀਜ਼ ਨੂੰ ਪੀਰੀਅਡਸ ਆਉਂਦੇ ਹੈ ਉਹਦੇ ਸੈਕਿੰਡ ਜਾਂ ਥਰਡ ਡੇ ਤੋਂ ਅਸੀਂ ਉਹਨੂੰ ਇੰਜੈਕਸ਼ਨ ਸ਼ੁਰੂ ਕਰਦੇ ਹੈਗੇ ਆ। ਇਹ ਇੰਜੈਕਸ਼ਨ ਰੋਜ਼ ਲਗਾਤਾਰ 10 ਦਿਨ ਤੱਕ ਆਮ ਤੌਰ ਤੇ ਚੱਲਦੇ ਹੈਗੇ ਨੇ। ਇਹਨਾਂ ਇੰਜੈਕਸ਼ਨ ਦੇ ਰਾਹੀਂ ਜਿਹੜੀ ਉਹਦੀ ਅੰਡੇਦਾਨੀ ਹੁੰਦੀ ਹੈਗੀ ਹੈ, ਉਹਦੇ ਵਿੱਚ ਜਿੰਨੇ ਵੀ ਅੰਡੇ ਹੁੰਦੇ ਉਹਦੇ ਵਿੱਚ ਮੈਕਸਿਮਮ ਚਾਂਸ ਹੁੰਦਾ ਕਿ ਸਾਰੇ ਅੰਡੇ ਅਸੀਂ ਬਣਾ ਸਕੀਏ। ਜਿੰਨੇ ਵੀ ਉਹਦੇ ਅੰਡੇ ਬਣ ਜਾਂਦੇ ਹੈਗੇ ਆ, ਆਲਮੋਸਟ 10 ਡੇਜ਼ ਨਾਰਮਲ ਇੱਕ ਪੇਸ਼ੈਂਟ ਨੂੰ ਲੱਗਦੇ ਅੰਡੇ ਬਣਾਉਣ ਵਿੱਚ। ਜਦੋਂ ਇਹ ਅੰਡੇ ਬਣ ਜਾਂਦੇ ਹੈਗੇ ਉਹਨੂੰ ਫਿਰ ਅਸੀਂ ਰਿਟਰੀਵ ਕਰਨਾ ਹੁੰਦਾ ਹੈਗਾ, ਮਤਲਬ ਕਿ ਬਾਹਰ ਕੱਢਣਾ ਹੁੰਦਾ ਹੈਗਾ। ਜਿਹੜੀ ਇਹ ਬਾਹਰ ਕੱਢਣ ਦੀ ਪ੍ਰੋਸੈਸ ਹੁੰਦੀ ਹੈਗੀ ਹੈ, ਇਹ ਬੇਹੋਸ਼ ਕਰਕੇ ਕੀਤੀ ਜਾਂਦੀ ਹੈ ਬਿਕੋਜ਼ ਥੋੜੀ ਜਿਹੀ ਪੇਨਫੁਲ ਹੁੰਦੀ ਹੈਗੀ ਹੈ। ਜਦੋਂ ਉਹਦੇ ਅੰਡੇ ਬਾਹਰ ਕੱਢ ਲਿੱਤੇ ਜਾਂਦੇ ਨੇ ਤਾਂ ਉਸਦੇ ਨਾਲ ਜਿਹੜੇ ਹਸਬੈਂਡ ਦੇ ਪਾਣੀ ਦੇ ਸ਼ੁਕਰਾਣੂ ਹੁੰਦੇ ਆ ਉਹਨਾਂ ਨੂੰ ਪ੍ਰੋਪਰ ਪ੍ਰੋਸੈਸਿੰਗ ਕਰਕੇ ਤਿਆਰ ਕਰਕੇ ਉਹਨਾਂ ਅੰਡਿਆਂ ਦੇ ਨਾਲ ਮਿਲਾ ਦਿੱਤਾ ਜਾਂਦਾ ਹੈਗਾ। ਜਦੋਂ ਉਹ ਬੀਜ ਬਣ ਜਾਂਦਾ ਹੈਗਾ, ਉਸ ਤੋਂ ਬਾਅਦ ਉਹ ਲੇਡੀਜ਼ ਦੀ ਜਿਹੜੀ ਗਰਭਦਾਨ ਹੈ ਉਸਦੇ ਯੂਟਰਸ ਵਿੱਚ ਅਸੀਂ ਟ੍ਰਾਂਸਪਲਾਂਟ ਕਰ ਦਿੰਦੇ ਹੈਗੇ ਆ, ਤੇ ਉਹਦਾ ਫਿਰ ਟੈਸਟ ਜਿਹੜਾ ਹੁੰਦਾ ਹੌਲੀ ਹੌਲੀ ਇੰਪਲਾਂਟ ਹੁੰਦਾ ਤੇ 15 ਡੇਜ਼ ਲੱਗਦੇ ਹੈਗੇ ਟੈਸਟ ਰਿਜ਼ਲਟ ਆਉਣ ਦੇ ਵਿੱਚ। ਜੇ ਉਹਦਾ ਟੈਸਟ ਪ੍ਰੈਗਨੈਂਸੀ ਟੈਸਟ ਪੋਜ਼ਿਟਿਵ ਆਉਂਦਾ ਮਤਲਬ ਕਿ ਉਹਨੂੰ ਪ੍ਰੈਗਨੈਂਸੀ ਹੋ ਗਈ ਹੈ। ਜੇ ਉਹ ਟੈਸਟ ਨੈਗੇਟਿਵ ਆਉਂਦਾ ਹੈਗਾ ਤਾਂ ਮਤਲਬ ਕਿ ਇਹ ਜਿਹੜਾ ਪ੍ਰੋਸੈਸ ਹੈ ਫੇਲ ਵੀ ਹੋ ਸਕਦਾ ਹੈਗਾ। ਜੀ ਜੀ। ਹੁਣ ਮੈਮ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ IVF ਦੀ ਲੋੜ ਕਦੋਂ ਪੈਂਦੀ ਹੈ? ਇੱਕ ਸਮਾਂ ਹੁੰਦਾ ਹੈਗਾ ਕਿ ਅੱਜ ਦਾ, ਜਿਵੇਂ ਪਿਛਲੇ ਵੀਡੀਓ ਦੇ ਵਿੱਚ ਵੀ ਆਪਾਂ ਗੱਲ ਕੀਤੀ ਸੀ ਕਿ ਸਟਾਰਟਿੰਗ ਦੇ ਵਿੱਚ ਮੈਰਿਜਸ ਲੇਟ ਹੋ ਰਹੀਆਂ ਨੇ ਜਾਂ ਕੁਝ ਵੀ, ਪਰ ਕਈਆਂ ਨੂੰ ਹੁੰਦਾ ਕਿ 2 ਸਾਲ ਬੇਬੀ ਨਹੀਂ ਹੋਇਆ ਜਾਂ 3 ਸਾਲ ਬੱਚਾ ਨਹੀਂ ਹੋਇਆ। ਤੁਸੀਂ ਉਸ ਨੂੰ ਕਿਵੇਂ ਡਾਇਗਨੋਸ ਕਰਦੇ ਹੋ? ਕਿਸ ਤਰੀਕੇ ਦੀ ਹੁਣ ਹਾਂ ਲੋੜ ਹੈ IVF ਦੀ, ਤੁਸੀਂ ਸਲਾਹ ਦਿੰਦੇ ਹੋ? ਦੇਖੋ, ਜੇ ਪਿਛਲੀ ਵੀਡੀਓ 'ਚ ਵੀ ਦੱਸਿਆ ਸੀਗਾ, ਆਮ ਤੌਰ ਤੇ ਇੱਕ ਨਾਰਮਲ ਕਪਲ ਜੇ ਸਾਲ ਉਸਦੇ ਵਿਆਹ ਨੂੰ ਹੋ ਚੁੱਕਿਆ ਹੈ ਤੇ ਬੱਚਾ ਨਹੀਂ ਹੋ ਰਿਹਾ ਹੈਗਾ, ਐਸੇ 85% ਕਪਲ ਨਾਰਮਲੀ ਕਨਸੀਵ ਕਰ ਜਾਂਦੇ ਹੈਗੇ ਨੇ। ਜਿਹੜੇ 50% ਕਪਲ ਰਹਿ ਗਏ ਉਹ 2 ਸਾਲ ਦੇ ਵਿੱਚ 10% ਕਪਲ ਕਨਸੀਵ ਕਰ ਜਾਂਦੇ ਨੇ। ਜਿਹੜੇ 5% ਕਪਲ ਰਹਿ ਗਏ ਹੈ ਉਹਨਾਂ ਨੂੰ ਇਲਾਜ ਦੀ ਲੋੜ ਹੈ। ਹੁਣ ਇਲਾਜ ਦੇ ਵਿੱਚ ਡਿਪੈਂਡ ਕਰਦਾ ਪੇਸ਼ੈਂਟ ਦੀ ਏਜ ਕਿੰਨੀ ਹੈ। ਜੇ ਤਾਂ ਉਸਦੀ ਏਜ 35 ਤੋਂ ਘੱਟ ਹੈਗੀ ਹੈ, ਖਾਸ ਕਰ ਫੀਮੇਲ ਪੇਸ਼ੈਂਟ ਦੀ ਮੈਂ ਗੱਲ ਕਰਾਂਗੀ,
ਤਾਂ ਉਹ ਸਭ ਤੋਂ ਸਿੰਪਲ ਇਲਾਜ ਮਤਲਬ ਕਿ ਜਿਵੇਂ ਅੰਡੇ ਬਣਨ ਦੀ ਦਵਾਈਆਂ ਦੇ ਕੇ ਥੋੜਾ ਬਹੁਤ ਹੋਰ ਹਾਰਮੋਨਸ ਦੇ ਕੇ ਅਸੀਂ ਇਲਾਜ ਕਰ ਸਕਦੇ ਹੈਗੇ ਆ। ਜੇ ਇਸ ਤੋਂ ਬਾਅਦ ਰਿਜ਼ਲਟ ਨਹੀਂ ਮਿਲਦਾ ਫਿਰ IUI ਹੁੰਦਾ, ਮਤਲਬ ਕਿ ਹਸਬੈਂਡ ਦੇ ਪਾਣੀ ਨੂੰ ਪ੍ਰੋਸੈਸ ਕਰਕੇ ਉਹਦੀ ਬੱਚੇਦਾਨੀ ਦੇ ਵਿੱਚ ਡਾਇਰੈਕਟਲੀ ਪਾ ਦੇਣਾ ਤੇ ਜਿਹਦੇ ਵਿੱਚ ਬਾਅਦ ਜਿਹੜੀ ਪ੍ਰੋਸੈਸ ਹੈਗੀ ਹੈ ਅੰਡੇ ਨਾਲ ਮਿਲਣ ਦੀ ਉਹ ਸਾਰੀ ਨੈਚੁਰਲੀ ਹੋਏਗੀ, ਜਿਹਨੂੰ ਅਸੀਂ IUI ਕਹਿੰਦੇ ਆ। ਪਰ ਜੇ ਦੇਖਿਆ ਜਾਵੇ ਤਾਂ IUI ਦਾ ਜਿਹੜਾ ਰਿਜ਼ਲਟ ਰੇਟ ਹੈ ਬਹੁਤਾ ਚੰਗਾ ਨਹੀਂ ਮੰਨਦੇ, ਇਟ ਇਜ਼ ਓਨਲੀ 10 to 20%। ਇਸ ਕਰਕੇ IUI ਦੇ ਰਿਜ਼ਲਟ ਬਹੁਤ ਹੀ ਵਧੀਆ ਨਹੀਂ ਹੈਗੇ, ਬਟ ਫਿਰ ਵੀ ਇਟ ਇਜ਼ ਅ ਵੈਰੀ ਕਾਸਟ ਇਫੈਕਟਿਵ ਬਿਕੋਜ਼ ਖਰਚਾ ਬਿਲਕੁਲ ਵੀ ਬਹੁਤ ਘੱਟ ਹੈਗਾ ਇਹਦਾ। ਪਰ ਤੁਸੀਂ ਜੇ ਆਲਰੇਡੀ ਦਵਾਈਆਂ ਖਾ ਚੁੱਕੇ ਹੈਗੇ, IUI ਦੇ ਸਾਈਕਲ ਫਿਰ 6 ਲੈ ਚੁੱਕੇ, ਮੈਕਸਿਮਮ ਸਾਈਕਲ ਜਿਹੜੇ ਅਸੀਂ ਕਹਿੰਦੇ ਹੈਗੇ IUI ਦੇ ਉਹ 6 ਹੁੰਦੇ ਹੈਗੇ ਆ। ਪਰ ਜਨਰਲੀ ਪੇਸ਼ੈਂਟ ਜਦ ਸਾਡੇ ਕੋਲ ਆਉਂਦਾ ਆਲਰੇਡੀ ਬਹੁਤ ਇਲਾਜ ਬਾਹਰੋਂ ਕਰਾ ਕੇ ਆਉਂਦਾ ਹੈਗਾ, ਅਸੀਂ 3 ਸਾਈਕਲ ਦਿੰਦੇ ਹੈਗੇ IUI ਦੇ ਬਿਕੋਜ਼ ਜੇ ਰਿਜ਼ਲਟ ਆਉਂਦਾ ਹੈਗਾ ਤਾਂ ਫਸਟ ਸਾਈਕਲ 'ਚ ਵੀ ਆ ਸਕਦਾ, ਸੈਕਿੰਡ 'ਚ ਵੀ ਜਾਂ ਥਰਡ ਵਿੱਚ। ਜੇ ਥਰਡ ਸਾਈਕਲ ਕਰਨ ਤੋਂ ਬਾਅਦ ਵੀ IUI ਦਾ ਰਿਜ਼ਲਟ ਨਹੀਂ ਮਿਲਦਾ ਦੈਨ ਡੋਂਟ ਵੇਸਟ ਯੂਰ ਟਾਈਮ, ਗੋ ਫॉर IVF ਬਿਕੋਜ਼ IVF ਦਾ ਜਿਹੜਾ ਰਿਜ਼ਲਟ ਰੇਟ ਹੈਗਾ IUI ਤੋਂ ਕਿਤੇ ਬੈਟਰ ਹੈਗਾ, ਉਹ 50 to 60% ਵੀ ਹੈਗਾ। ਪਰ ਅਗੇਨ ਡਿਪੈਂਡ ਕਰੇਗਾ ਤੁਹਾਡੀ ਏਜ ਕਿੰਨੀ ਹੈ। ਜਿਵੇਂ ਜਿਵੇਂ ਤੁਹਾਡੀ ਏਜ ਵਧੀ ਜਾਂਦੀ ਹੈ, ਖਾਸ ਕਰ 35 ਪਲੱਸ ਤੁਸੀਂ ਜੇ ਹੋ ਰਹੇ ਹੈਗੇ ਹੋ, ਉਵੇਂ ਰਿਜ਼ਲਟ ਜਿਹੜੇ ਹੈਗੇ ਨੇ IVF ਦੇ ਵੀ ਘਟੀ ਜਾਂਦੇ ਨੇ। ਇਸ ਕਰਕੇ ਸਮਾਂ ਹੈ ਕਿ ਤੁਸੀਂ ਸਮੇਂ ਰਹਿੰਦੇ ਪ੍ਰੋਪਰ ਇਲਾਜ, ਇਨਵੈਸਟੀਗੇਸ਼ਨ ਤੇ ਪ੍ਰੋਪਰ ਟ੍ਰੀਟਮੈਂਟ ਕਰਾਓ ਤਾਂ ਕਿ IVF ਦੇ ਰਿਜ਼ਲਟ ਰੇਟ ਦਾ ਆਪਾਂ ਚੰਗੀ ਤਰ੍ਹਾਂ ਟਾਈਮ 'ਤੇ ਫਾਇਦਾ ਲੈ ਸਕੀਏ। ਨਹੀਂ ਤਾਂ ਫਿਰ ਜੇ ਲੇਟ ਕਰ ਦਾਂਗੇ ਤਾਂ ਉਹਦੇ ਵੀ ਰਿਜ਼ਲਟ ਆਪਾਂ ਨੂੰ ਫਿਰ ਨਹੀਂ ਮਿਲ ਸਕਦੇ ਹੈਗੇ। ਬਿਲਕੁਲ ਬਿਲਕੁਲ ਠੀਕ ਹੈ ਗੱਲ ਤੁਹਾਡੀ ਕਿ ਇੱਕ ਅਟੈਂਪਟ ਕੀਤੇ ਜਾਂਦੇ ਨੇ ਕਿ ਇਹਦੀ ਲੋੜ ਨਾ ਪਵੇ। ਅੱਜ ਦੀ ਜੇਕਰ ਗੱਲ ਕੀਤੀ ਜਾਵੇ ਹੁਣ ਇਸ ਦੀ ਵੀ ਸਕਸੈਸ ਰੇਟ ਕਿਵੇਂ ਸਮਝਦੇ ਹੋ IVF ਦਾ? ਨੈਚੁਰਲ ਕੋਈ ਇਹ ਹੁੰਦਾ ਹੈਗਾ, ਤੁਸੀਂ IVF ਸਪੈਸ਼ਲਿਸਟ ਹੋ, ਤੁਸੀਂ ਇਸ 'ਤੇ ਸਟੱਡੀ ਕੀਤੀ ਹੈ, ਤੁਸੀਂ ਮਰੀਜ਼ਾਂ ਨੂੰ ਮਿਲਦੇ ਵੀ ਹੋ। ਪਹਿਲੀ ਗੱਲ ਇਹ ਹੈ ਸਕਸੈਸ ਰੇਟ ਕਿੰਨਾ ਕੁ ਸਮਝਦੇ ਹੁੰਦੇ ਹੋ ਤੁਸੀਂ, ਤੇ ਨੈਚੁਰੈਲਿਟੀ ਕੀ ਰਹਿੰਦੀ ਹੈ? ਜਿਵੇਂ ਕਹਿੰਦੇ ਨੇ ਨਾ ਕਿ ਬੱਚਾ IVF ਦਾ ਕਈਆਂ ਦੀ ਮਤਲਬ ਆਪਾਂ ਪੰਜਾਬੀ 'ਚ ਕਹੀਏ ਕਹਿੰਦੇ ਨੇ ਕਿ ਬੱਚਾ ਬਿਮਾਰ ਹੀ ਨਾ ਰਹੇ ਜਾਂ ਕਿਵੇਂ ਇਹ ਹੁੰਦਾ, ਉਹ ਸਾਰਾ ਭਰਮ ਹੈ ਜਿਹੜਾ ਜਾਂ ਸਾਰੇ ਕੁਐਸਚਨਸ ਨੇ ਕਿਵੇਂ ਸਮਝਦੇ ਹੋ ਵੀ ਇਹ ਹੁੰਦੀ ਹੈ ਗੱਲ ਕੋਈ? ਦੇਖੋ ਸਭ ਤੋਂ ਪਹਿਲੇ ਮੈਂ ਗੱਲ ਕਰੂੰ ਸਕਸੈਸ ਰੇਟ ਦੀ। ਜੇ ਆਪਾਂ ਨੈਚੁਰਲ ਵੀ ਦੇਖੀਏ, ਇੱਕ ਕਪਲ ਦੀ ਆਪਾਂ ਗੱਲ ਕਰੀਏ ਜਿਹਦਾ ਸਭ ਕੁਝ ਨਾਰਮਲ ਹੈ, ਉਹਦਾ ਇੱਕ ਸਾਈਕਲ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਚਾਂਸਸ ਆਫ ਕਨਸੈਪਸ਼ਨ 20% ਹੁੰਦੇ ਹੈਗੇ ਹੈ। ਉਨਾ ਹੀ ਰੇਟ ਤੇ ਸਕਸੈਸ ਰੇਟ IUI ਦਾ ਹੁੰਦਾ ਹੈ। ਬਟ ਜੇ ਆਪਾਂ IVF ਦੀ ਗੱਲ ਕਰੀਏ ਉਹਦਾ ਰਿਜ਼ਲਟ ਹੈਗਾ 50%। ਠੀਕ ਹੈ, ਇਟਸ ਨੈਵਰ 100%। ਕਈ ਲੋਕ ਸਮਝਦੇ ਨੇ ਕਿ ਅਸੀਂ ਹੁਣ IUI ਵੀ ਕਰਾ ਲਿਆ, ਸਾਨੂੰ ਰਿਜ਼ਲਟ ਨਹੀਂ ਮਿਲਿਆ ਹੈਗਾ, ਹੁਣ ਅਸੀਂ IVF ਕਰਾ ਲੈਂਦੇ ਹਾਂ, ਸਾਨੂੰ ਪਹਿਲੀ ਵਾਰ ਰਿਜ਼ਲਟ 100% ਮਿਲ ਜੂਗਾ। ਬਟ ਡੈਫੀਨੇਟਲੀ ਦੇਖੋ ਹਰ ਡਾਕਟਰ ਦੀ ਇਹੀ ਇੱਛਾ ਹੁੰਦੀ ਹੈਗੀ ਕਿ ਉਸਦੇ ਕੋਲ ਜਿਹੜਾ ਮਰੀਜ਼ ਆਇਆ ਇਲਾਜ ਕਰਾਉਣ ਵਾਸਤੇ, ਖਾਸ ਕਰ IVF ਬਿਕੋਜ਼ ਇਹ ਮਹਿੰਗਾ ਇਲਾਜ ਹੈਗਾ, ਕਿ ਉਹਦਾ ਰਿਜ਼ਲਟ ਉਹਨੂੰ ਵਧੀਆ ਮਿਲ ਜੇ। ਬਟ ਇਟ ਕੈਨ ਨੈਵਰ ਬੀ 100% ਬਿਕੋਜ਼ ਇਹ ਹਿਊਮਨ ਟੈਕਨੀਕ ਹੈ। ਇੱਕ ਤਰ੍ਹਾਂ ਅਸੀਂ ਜਿਹੜਾ ਬੀਜ ਬਣਾ ਰਹੇ ਇੱਕ ਲੈਬ 'ਚ ਬਣਾ ਰਹੇ ਹਾਂ। ਜੇ ਅਸੀਂ 100% ਰਿਜ਼ਲਟ ਦੇਣ ਲੱਗ ਗਏ IVF ਦੇ ਥਰੂ ਤਾਂ ਅਸੀਂ ਫਿਰ ਮੈਂ ਕਹੂੰਗੀ ਰੱਬ ਬਣ ਗਏ। ਅਸੀਂ ਰੱਬ ਨਹੀਂ ਬਣ ਸਕਦੇ। ਮੈਂ ਹਰ ਗੱਲ ਪੇਸ਼ੈਂਟ ਨੂੰ ਇਹ ਕਹਿੰਦੀ ਹੁੰਦੀ ਹਾਂ, ਅਸੀਂ ਕੋਸ਼ਿਸ਼ ਕਰਦੇ ਹਾਂ, ਕੋਸ਼ਿਸ਼ ਉਹ ਬੈਸਟ ਹੁੰਦੀ ਹੈ ਤਾਂ ਕਿ ਤੁਹਾਨੂੰ ਪਹਿਲੀ ਵਾਰ ਰਿਜ਼ਲਟ ਵਧੀਆ ਮਿਲ ਸਕੇ। ਬਟ ਇਟਸ ਨੈਵਰ 100%। ਡੈਫੀਨੇਟਲੀ ਜੇ ਤੁਸੀਂ ਫਰਸਟ ਅਟੈਂਪਟ ਲੈਤਾ ਔਰ ਫੇਲ ਹੋ ਗਿਆ, ਯੂ ਕੈਨ ਗੋ ਫॉर ਸੈਕਿੰਡ ਔਰ ਥਰਡ ਅਟੈਂਪਟ। ਪਰ ਆਫਟਰ 3 ਅਟੈਂਪਟ ਲੈਣ ਤੋਂ ਬਾਅਦ ਅਸੀਂ ਪੇਸ਼ੈਂਟ ਨੂੰ ਨਹੀਂ ਕਹਿੰਦੇ ਕਿ ਤੁਸੀਂ ਹੋਰ ਅਟੈਂਪਟ ਲਓ, ਬਿਕੋਜ਼ ਉਹਦੇ ਨਾਲ ਫਿਰ ਬੋਡੀ ਦੇ ਸਾਈਡ ਇਫੈਕਟਸ ਵੀ ਆਉਣ ਲੱਗ ਜਾਂਦੇ ਹੈਗੇ ਆ। ਸਾਨੂੰ ਕਦੇ ਪੇਸ਼ੈਂਟ ਪੁੱਛਦੇ ਕਿ ਜਿਹੜਾ ਇਹ ਬੱਚਾ ਹੋਏਗਾ ਇਹ ਸਾਡਾ ਆਪਣਾ ਹੋਏਗਾ, ਇਹ ਬਿਲਕੁਲ ਦੇਖੋ ਇੱਕ ਗਲਤ ਧਾਰਨਾ ਲੋਕਾਂ ਨੇ ਬਣਾ ਲਈ ਹੈ ਕਿ ਬੱਚਾ ਜੇ ਟੈਸਟ ਬੇਬੀ ਨਾਲ ਕਰਵਾ ਰਹੇ ਹੈਗੇ ਆ ਤਾਂ ਬੱਚਾ ਆਪਣਾ ਹੈ ਜਾਂ ਨਹੀਂ, ਡਾਊਟ ਰੱਖਦੇ ਨੇ ਮਨ ਦੇ ਵਿੱਚ। ਮੈਂ ਬਿਲਕੁਲ ਤੁਹਾਨੂੰ ਗੱਲ ਸਪਸ਼ਟ ਤੌਰ ਤੇ ਕਹਿਣਾ ਚਾਹੁੰਦੀ ਹਾਂ ਕਿ ਦੇਖੋ ਤੁਸੀਂ ਐਜ਼ ਏ ਕਪਲ ਸਾਡੇ ਕੋਲ ਆ ਰਹੇ ਹੈਗੇ ਹੋ, ਤੁਹਾਡੀ ਵਾਈਫ ਦਾ ਹੀ ਮਤਲਬ ਵਾਈਫ ਤੇ ਜਿਹੜੀ ਫੀਮੇਲ ਪੇਸ਼ੈਂਟ ਉਹਦਾ ਅੰਡਾ ਲੈਂਦੇ ਹੈਗੇ ਆ, ਹਸਬੈਂਡ ਦਾ ਹੀ ਪਾਣੀ ਹੁੰਦਾ ਹੈਗਾ, ਪ੍ਰੋਪਰ ਕੰਸੈਂਟ ਹੁੰਦੇ ਹੈਗੇ ਆ, ਸਰਕਾਰ ਵੱਲੋਂ ਸਭ ਕੰਸੈਂਟ ਫਾਰਮ ਹੁਣ ਸਾਈਨ ਕਰਵਾਉਂਦੇ ਹੈਗੇ ਆ। ਹਾਂ ਜੇ ਵਾਈਫ ਦੇ ਵਿੱਚ ਅੰਡੇ ਦੀ ਕਮੀ ਹੈ ਜਾਂ ਹਸਬੈਂਡ ਦੇ ਸ਼ੁਕਰਾਣੂ ਦੀ ਕਮੀ ਹੈ ਫਿਰ ਡੋਨਰ ਪਲਾਨ ਕਰ ਸਕਦੇ ਹੈਗੇ ਆ। ਉਹ ਡੋਨਰ ਵੀ ਤਾਂ ਹੀ ਦਿੱਤਾ ਜਾਏਗਾ ਤੁਸੀਂ ਜੇ ਹਾਂ ਕਰੋਗੇ, ਤੁਸੀਂ ਸਾਈਨ ਕਰੋਗੇ ਐਂਡ ਦਿਸ ਇਜ਼ ਟੋਟਲੀ ਕੌਨਫੀਡੈਂਸ਼ੀਅਲ। ਜਿਹੜੀ ਡੋਨਰ ਦੀ ਗੱਲ ਹੁੰਦੀ ਹੈ ਇੱਕ ਕਪਲ ਇੱਕ ਪੇਸ਼ੈਂਟ ਡਾਕਟਰ ਦੇ ਅੰਦਰ ਤੱਕ ਹੀ ਰਹਿੰਦੀ ਹੈਗੀ ਹੈ, ਪ੍ਰੋਪਰ ਸਾਈਨ ਵਗੈਰਾ ਕੰਸੈਂਟ ਫਾਰਮ ਹੁੰਦੇ ਤੇ ਅਲਟੀਮੇਟਲੀ ਉਹ ਬੱਚਾ ਫਿਰ ਡੋਨਰ ਦਾ ਦੇਖੋ ਬਾਹਰੋਂ ਹੀ ਹੋਊਗਾ। ਪਰ ਤੁਸੀਂ ਜੇ ਆਪਣਾ ਸਭ ਕੁਝ ਠੀਕ ਹੈ, ਹਸਬੈਂਡ ਦਾ ਪਾਣੀ ਠੀਕ ਹੈ, ਅੰਡੇ ਠੀਕ ਹੈ ਤਾਂ ਤੁਹਾਡਾ ਖੁਦ ਦਾ ਹੀ ਬੱਚਾ ਹੋਏਗਾ। ਤੇ ਇਹ ਬੱਚਾ ਜਿਹੜਾ IVF ਨਾਲ ਹੋ ਰਿਹਾ ਹੈ ਤੇ ਜਿਹੜਾ ਨੈਚੁਰਲ ਪ੍ਰੈਗਨੈਂਸੀ ਦਾ ਬੱਚਾ ਹੋਇਆ, ਦੋਨੋਂ ਬਿਲਕੁਲ ਸੇਮ ਹੁੰਦੇ ਹੈ। ऐसी कोई गल नहीं कि ये बच्चा कुछ अगे जाके बीमार हो सकता है या कुछ दिक्कत आ सकती है। ऐसा कोई भी स्टडीज जिन्नियां भी स्टडीज आई किसी ने भी प्रूव नहीं किया कि एज ए बच्चे को कुछ दिक्कत अगे जाके आ सकती है। तो इसका इस धारणा दिमाग से बिल्कुल कर दो कि जो बच्चा IVF का होंगे तो अपना ही बच्चा होएगा, अनलेस तुसीं कहोगे तो ही डोनर लिता जाएगा। दूजा बच्चा बिल्कुल हैल्दी होंगे, उसदे विच कोई भी कमी इदां दी नहीं देखी गई है। एक ये बड़ा हुंदा हैगा ਮਰੀਜ਼ ਜਦੋਂ ਵੀ ਕਹਿੰਦੇ ਨੇ ਜੀ ਬਹੁਤ ਦਵਾਈਆਂ ਖਾ ਲਈਆਂ ਅਸੀਂ, ਬਹੁਤ ਡਾਕਟਰਸ ਵੀ ਚੇਂਜ ਕਰ ਲਏ ਅਸੀਂ, ਉਸ ਤੋਂ ਬਾਅਦ ਵੀ ਸਾਨੂੰ ਕੋਈ ਫਰਕ ਨਹੀਂ ਪਿਆ। IVF ਦੀ ਕਈ ਜਾਣਕਾਰੀ ਦੇ ਦਿੰਦੇ ਨੇ, ਕਈ ਜਿਹੜੇ ਸਪੈਸ਼ਲਿਸਟ ਨਹੀਂ ਹੁੰਦੇ ਉਹ ਨਹੀਂ ਦੇ ਪਾਉਂਦੇ। ਉਸ ਤੇ ਤੁਸੀਂ ਵੀਵਰਸ ਨੂੰ ਜਾਂ ਜਿਹੜੇ ਵੀ ਤੁਹਾਨੂੰ ਵੇਖ ਰਹੇ ਨੇ ਜਿਨ੍ਹਾਂ ਨੂੰ ਇਹ ਸੰਬੰਧਿਤ ਹੋਵੇ ਕੀ ਕਹਿਣਾ ਚਾਹੋਗੇ, ਕੀ ਸੁਨੇਹਾ ਦੇਣਾ ਚਾਹੋਗੇ ਵੀ 7 ਸਾਲ 8 ਸਾਲ ਹੋ ਜਾਂਦੇ ਨੇ
ਉਸ ਦੇ ਲਈ ਤੁਸੀਂ ਕੀ ਐਡਵਾਈਸ ਦੇਣਾ ਚਾਹੋਗੇ ਤੇ ਅੱਗੇ ਕਿਸ ਤਰੀਕੇ ਕਹਿ ਸਕਦੇ ਹਾਂਗੇ ਕਿ ਜੋ ਪਰੇਸ਼ਾਨੀਆਂ ਇਹ ਆਉਂਦੀਆਂ ਨੇ ਤਾਂ ਇੰਨਾ ਸਮਾਂ ਲੱਗੇ ਹੀ ਨਾ ਵੀ ਮਰੀਜ਼ ਨੂੰ ਕੋਈ ਪਰੇਸ਼ਾਨੀ ਆ ਰਹੀ ਹੈ ਜਿਹੜੀ ਤਾਂ ਉਹ ਸਿੱਧਾ ਕੰਸਲਟ ਦੇ ਵਿੱਚ ਵੀ ਹੋ ਜਾਂਦੀ ਹੈ ਤੇ ਦੂਸਰੀ ਗੱਲ ਲੌਂਗ ਟਰਮ ਪੈ ਕੇ ਵੀ ਕੀ ਪਰੇਸ਼ਾਨੀ ਹੁੰਦੀ ਹੈ IVF ਵੀ ਸਕਸੈਸਫੁਲ ਹੋ ਸਕਦਾ ਵੀ 7 ਸਾਲ ਬਾਅਦ ਕੋਈ ਤੁਹਾਡੇ ਕੋਲ ਆ ਰਿਹਾ? ਦੇਖੋ ਜਿਵੇਂ ਪਹਿਲਾਂ ਵੀ ਮੈਂ ਤੁਹਾਨੂੰ ਕਿਹਾ ਹੈਗਾ ਜੇ IVF ਦਾ ਟਾਈਮ ਆਪਾਂ ਸਮੇਂ ਸਿਰ ਪੇਸ਼ੈਂਟ ਕਰਾ ਲਵੇ ਦਵਾਈਆਂ ਦੇਖੋ ਜਦੋਂ ਜ਼ਿਆਦਾ ਆਪਾਂ ਖਾ ਲੈਂਦੇ ਹਾਂ ਡੈਫੀਨਿਟਲੀ ਬਾਡੀ ਤੇ ਨੈਗੇਟਿਵ ਇਫੈਕਟ ਵੀ ਪਾਉਂਦੀਆਂ ਨੇ ਤਾਂ ਇਟਸ ਬੈਟਰ ਹੈ ਕਿ ਤੁਸੀਂ ਸਹੀ ਸਮੇਂ ਤੇ ਸਹੀ ਜਗ੍ਹਾ ਤੇ ਸਹੀ ਡਾਕਟਰ ਤੋਂ ਇਲਾਜ ਕਰਾਓ। ਡਾਕਟਰ ਦਾ ਮੈਂ ਇਸ ਲਈ ਕਹਿ ਰਹੀ ਹਾਂ ਬਿਕੋਜ਼ ਅੱਜ ਕੱਲ੍ਹ ਕਾਫੀ ਸਾਰੇ ਡਾਕਟਰਸ ਇੱਦਾਂ ਦੇ ਹੈਗੇ ਜਿਹੜੇ ਕਿ IVF ਨੂੰ ਟ੍ਰੀਟ ਕਰ ਰਹੇ ਨੇ ਪੇਸ਼ੈਂਟ ਨੂੰ ਇਨਫਰਟੀਲਿਟੀ ਨੂੰ ਟ੍ਰੀਟ ਕਰ ਰਹੇ ਨੇ ਪਰ ਜਦੋਂ ਆਪਣੀ ਟ੍ਰੇਨਿੰਗ ਮਤਲਬ ਤੁਸੀਂ ਕਿੱਥੋਂ ਪੇਸ਼ੈਂਟ ਡਾਕਟਰ ਦੀ ਟ੍ਰੇਨਿੰਗ ਕਿੱਥੋਂ ਬਹੁਤ ਮੈਟਰ ਕਰਦੀ ਹੈਗੀ ਹੈ ਉਹਨੂੰ ਕਿੰਨਾ ਕੁ ਐਕਸਪੀਰੀਅੰਸ ਹੈ सेंटर कैसा है लैब कैसी है बिकॉज ਜਿਹੜਾ ਇਹ ਸਾਰਾ ਪ੍ਰੋਸੈਸ ਹੁੰਦਾ ਇਹ ਹਿਊਮਨ ਟੈਕਨੀਕ ਹਿਊਮਨ ਲੈਬ ਦੇ ਵਿੱਚ ਹੁੰਦਾ ਹੈਗਾ ਜਿਹੜੀ ਕਿ ਹਿਊਮਨ ਦੇ ਅੰਡਰ ਕੰਟਰੋਲ 'ਚ ਹੁੰਦੀ ਹੈ ਜੇ ਤੁਸੀਂ ਜਿਸ ਡਾਕਟਰ ਕੋਲ ਕਰਾ ਰਹੇ ਹੋ ਉਸ ਨੂੰ ਐਕਸਪੀਰੀਅੰਸ ਕਿੰਨਾ ਹੈ ਜਿਸ ਲੈਬ 'ਚ ਉਹ ਕੰਮ ਕਰ ਰਹੇ ਉੱਥੇ ਕਿੰਨੀ ਕੁ ਸਫਾਈ ਹੈ ਕਿੰਨੀ ਕੁ ਐਸੈਪਸਿਸ ਯੂਜ਼ ਕੀਤੀ ਜਾਂਦੀ ਹੈ ਉਹ ਮੈਟਰ ਕਰਦਾ ਹੈ ਤੇ ਜ਼ਰੂਰ ਜੇ ਤੁਸੀਂ ਦਵਾਈਆਂ ਬਹੁਤ ਜ਼ਿਆਦਾ ਵੀ ਖਾਧੀਆਂ ਹੈਗੀਆਂ ਨੇ ਪਰ ਅਨਨੈਸੈਸਰੀ ਟਾਈਮ ਵੇਸਟ ਨਾ ਕਰੋ ਸਹੀ ਸਮੇਂ ਤੇ ਸਹੀ ਜਗ੍ਹਾ ਤੇ ਸਹੀ ਡਾਕਟਰ ਕੋਲ ਇਲਾਜ ਕਰਵਾਓ ਤਾਂ ਕਿ ਤੁਹਾਨੂੰ ਚੰਗਾ ਫਾਇਦਾ ਤੇ ਬੈਸਟ ਫਾਇਦਾ ਹੋ ਸਕੇ। ਬਿਲਕੁਲ ਆਖਰੀ ਸਵਾਲ ਜਾਂਦੇ ਹੁਣ ਇਹ ਗੱਲ ਹੋ ਜਾਂਦੀ ਹੈ ਪਿੰਡਾਂ ਦੇ ਵਿੱਚ ਬੜੀ ਇਹ ਦਿੱਕਤ ਹੁੰਦੀ ਹੈਗੀ ਕਿ ਸਟਾਫ ਨਰਸਿਸ ਹੁੰਦੀਆਂ ਨੇ ਹਸਪੀਟਲ ਦੇ ਵਿੱਚ ਹੁੰਦੀਆਂ ਨੇ ਤੇ ਉੱਥੇ ਇੱਕ ਤਰ੍ਹਾਂ ਦਾ ਆਪਣਾ ਨਰਸ ਦਾ ਕੰਮ ਕਰਦੀਆਂ ਨੇ ਉਹਨਾਂ ਤੋਂ ਵੀ ਪਿੰਡ ਦੇ ਲੋਕ ਸਲਾਹਾਂ ਲੈਂਦੇ ਨੇ ਕਿਉਂਕਿ ਹਸਪੀਟਲ ਦੇ ਵਿੱਚ ਨੋ ਡਾਊਟ ਹੁੰਦੀਆਂ ਨੇ ਉਹ ਸਿਵਲ ਚਲਾ ਲਓ ਜਾਂ ਕਿਤੇ ਵੀ ਉਹ ਦਵਾ ਵਗੈਰਾ ਦਿੰਦੀਆਂ ਰਹਿੰਦੇ ਨੇ ਤੁਸੀਂ ਕੀ ਕਹੋਗੇ ਕਿ ਵੀ ਇਸ ਤਰੀਕੇ ਦੀ ਇੰਨੀ ਵੱਡੀ ਪਰੇਸ਼ਾਨੀ ਦੇ ਵਿੱਚ ਇਹ ਅਣਗਹਿਲੀ ਪੇਰੈਂਟਸ ਆਪਾਂ ਕਹਿ ਲਓ ਕਿ ਮਰੀਜ਼ ਨਾ ਕਰੇ ਜਾਂ ਫਿਰ ਜਿਹਨੇ ਆਪਣਾ ਬੱਚਾ ਚਾਹੁੰਦਾ ਉਹ ਸੋਚਦੇ ਨੇ ਕਿ ਭਵਿੱਖ ਆਪਣਾ ਦੇਖਦੇ ਨੇ ਉਹ ਇਹ ਚੀਜ਼ ਹੁੰਦੀ ਹੈ ਤੇ ਉਸ ਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਇਹਦੇ ਬਾਰੇ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦੀ ਹਾਂ ਕਿ ਆਮ ਤੌਰ ਤੇ ਨਾ ਦਵਾਈਆਂ ਦੀ ਦੁਕਾਨਾਂ ਤੇ ਵੀ ਦਵਾਈਆਂ ਇਹੋ ਜਿਹੀਆਂ ਮਿਲਦੀਆਂ ਨੇ ਜਿਨ੍ਹਾਂ ਨਾਲ ਆਪਾਂ ਕਹਿੰਦੇ ਨੇ ਦਵਾਈ ਖਾ ਲਓ ਅੰਡਾ ਬਣ ਜਾਏਗਾ ਤੇ ਪ੍ਰੈਗਨੈਂਸੀ ਹੋ ਜਾਏਗੀ ਇਹਨੂੰ ਅਸੀਂ ਕਹਿੰਦੇ ਹਾਂ ਕਿ ਅੰਡਾ ਬਣਨ ਦੀ ਦਵਾਈ ਜਿਹੜੀ ਇਹ ਅੰਡਾ ਬਣਨ ਦੀ ਦਵਾਈ ਹੈ ਇਹ ਦੇਣੀ ਬਹੁਤ ਸੌਖੀ ਹੈ ਬਿਕੋਜ਼ ਇਹ 5 ਦਿਨ ਦੀ ਗੋਲੀ ਹੁੰਦੀ ਹੈ ਹਰ ਕੋਈ ਕਹਿ ਦਿੰਦਾ ਕਿ ਮਹੀਨਾ ਆਏਗਾ ਸ਼ੁਰੂ ਕਰ ਲਓ 5 ਦਿਨ ਖਾ ਲਓ ਤੇ ਬੱਚਾ ਹੋ ਜਾਏਗਾ ਤੇ ਇਹ ਜਿਹੜੀ ਦਵਾਈ ਹੈਗੀ ਹੈ ਤੁਸੀਂ ਜਿਵੇਂ ਆਪ ਕਹਿ ਰਹੇ ਹੋ ਪਿੰਡਾਂ ਵਿੱਚ ਆਮ ਦਵਾਈਆਂ ਦਿੰਦੇ ਹੈਗੇ ਆ ਪਰ ਇਹ ਦਵਾਈ ਦੇਣੀ ਕਿਹਨੂੰ ਹੈ ਕਦੋਂ ਦੇਣੀ ਹੈ ਕਿੰਨੀ ਦੇਰ ਤੱਕ ਦੇਣੀ ਹੈ ਇੰਨਾ ਉਹਨਾਂ ਨੂੰ ਸ਼ਾਇਦ ਇੰਨਾ ਪਤਾ ਨਹੀਂ ਹੁੰਦਾ ਜਿਸ ਕਰਕੇ ਮਰੀਜ਼ ਮਤਲਬ ਅਸੀਂ ਤਾਂ ਇਹ ਕਹਿੰਦੇ ਘੱਟੋ ਘੱਟ 6 ਮਹੀਨੇ ਖਵਾਓ ਵੱਧ ਤੋਂ ਵੱਧ 6 ਮਹੀਨੇ ਖਵਾਓ ਬਟ ਉਹ ਕੀ ਕਰਦੇ ਹੈਗੇ ਆ ਸਾਲ 2 ਸਾਲ 3 ਸਾਲ ਇਹ ਦਵਾਈ ਖਾਈ ਜਾਂਦੇ ਆ ਬਿਨਾਂ ਕਿਸੇ ਰਿਜ਼ਲਟ ਹੋ ਅਲਟੀਮੇਟਲੀ ਕੀ ਹੁੰਦਾ ਜਿਹੜੀ ਉਹਦੀ ਅੰਡੇਦਾਨੀ ਹੁੰਦੀ ਹੈ ਓਵਰੀ ਹੁੰਦੀ ਹੈ ਉਹਦੀ ਅੰਡੇ ਦੀ ਕੁਆਲਿਟੀ ਬਹੁਤ ਜ਼ਿਆਦਾ ਡਾਊਨ ਹੋ ਜਾਂਦੀ ਹੈਗੀ ਹੈ ਤੇ ਜਦੋਂ ਪੇਸ਼ੈਂਟ ਫਿਰ IVF ਲਈ ਪਲਾਨ ਕਰਦਾ ਉਦੋਂ ਵੀ ਉਹਦੀ ਕੁਆਲਿਟੀ ਡਾਊਨ ਹੋਣ ਕਰਕੇ ਉਹਨੂੰ ਰਿਜ਼ਲਟ ਨਹੀਂ ਮਿਲਦਾ ਇਸ ਕਰਕੇ ਮੈਂ ਸਿਰਫ ਇਹ ਕਹੂੰਗੀ ਕਿ ਜੇ ਤੁਹਾਨੂੰ ਪ੍ਰੈਗਨੈਂਸੀ ਨਹੀਂ ਹੋ ਰਹੀ ਤੁਸੀਂ ਪਲੀਜ਼ ਇੱਕ ਚੰਗੇ ਡਾਕਟਰ ਤੋਂ ਜਾ ਕੇ ਸਲਾਹ ਲਓ ਸਹੀ ਟੈਸਟ ਕਰਾਓ ਤੇ ਸਹੀ ਇਲਾਜ ਨਾਲ ਆਪਣਾ ਬੈਸਟ ਰਿਜ਼ਲਟ ਦਾ ਫਾਇਦਾ ਚੱਕੋ। ਬਹੁਤ ਬਹੁਤ ਧੰਨਵਾਦ ਮੈਮ ਸਾਨੂੰ ਆਪਣਾ ਸਮਾਂ ਦੇਣ ਲਈ। ਸੋ ਇਹ ਡਾਕਟਰ ਪ੍ਰੀਤੀ ਜਿੰਦਲ ਅਮਰ ਹਸਪੀਟਲ ਤੋਂ ਨੇ ਇਹ ਤੇ ਸੰਗਰੂਰ ਦੇ ਵਿੱਚ ਵੀ ਇਹ ਬੈਠਦੇ ਨੇਗੇ ਬੁੱਧਵਾਰ ਅਤੇ ਸ਼ੁੱਕਰਵਾਰ ਸਮਾਂ 4 ਵਜੇ ਤੋਂ ਲੈ ਕੇ 6 ਵਜੇ ਤੱਕ ਸਿਵਲ ਹਸਪੀਟਲ ਦੇ ਸਾਹਮਣੇ। ਖਾਸ ਗੱਲ ਇਹ ਹੈ ਕਿ IVF ਦੀ ਜ਼ਿਲ੍ਹਾ ਸੰਗਰੂਰ ਦੇ ਵਿੱਚ ਕੋਈ ਹੋਰ ਮਾਹਿਰ ਡਾਕਟਰ ਨਹੀਂ ਹੈਗੇ ਇਹ ਇੱਥੇ ਆਉਂਦੇ ਨੇ। ਤੁਹਾਨੂੰ ਜੇਕਰ ਇਸ ਸੰਬੰਧਿਤ ਕੋਈ ਪਰੇਸ਼ਾਨੀ ਹੈ ਅਤੇ ਤੁਸੀਂ IVF ਦੇ ਸੰਬੰਧਿਤ ਬੇਬੀ ਟਿਊਬ ਦੇ ਰਾਹੀਂ ਕੋਈ ਕੰਸਲਟੈਂਟ ਕਰਨਾ ਚਾਹੁੰਦੇ ਹੋ ਕੋਈ ਕੰਸਲਟ ਤੁਸੀਂ ਇਹਨਾਂ ਤੋਂ ਹੋਣਾ ਚਾਹੁੰਦੇ ਹੋ ਤੁਸੀਂ ਇੱਥੇ ਆ ਕੇ ਲੈ ਸਕਦੇ ਹੋ। ਅੱਜ ਦੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟ ਜ਼ਰੂਰ ਕਰਿਓ ਅਤੇ ਜੇਕਰ ਜਾਣਕਾਰੀ ਚੰਗੀ ਲੱਗੀ ਤੁਸੀਂ ਪੀੜਤ ਨਹੀਂ ਹੈਗੇ ਪਰ ਕੋਈ ਤੁਹਾਡੇ ਆਲੇ ਦੁਆਲੇ ਪੀੜਤ ਹੈ ਇਹ ਵੀਡੀਓ ਸਾਂਝੀ ਕਰ ਦਿਓ। ਬਹੁਤ ਬਹੁਤ ਧੰਨਵਾਦ।